सत श्री अकाल न्यूज़ 18 पंजाब हरियाणा हिमाचल तुसीं देख रहे हो गौरव शुक्ला मैं हां तुहाडे नाल हाज़र हां खबरां दा प्राइम टाइम लैके जिस चीज़ दे लई कई वरियां तो तुसीं इंतजार किता होवे कई सालां तो तैयारी कीती होवे दिन रात एक किता होवे जागदे सौंदे बस उसी दे सुपने देखे होण ते बिल्कुल समय ते आके वो ना हो पावे जब कंफ्यूजन वाली स्थिति बन जावे तां की किता जाए ਅਸੀਂ ਗੱਲ ਕਰ ਰਹੇ ਹਾਂ जेई नीट ਦੇ पेपर ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਜਿਹਾਂ ਕਰੋਨਾ ਨੇ ਅਜਿਹਾ ਗੇੜ ਪਾਇਆ ਹੈ ਕਿ पेपर नहीं हो पा रहा पेपर ਦੀ ਤਰੀਕ ਵੀ ਨਿਕਲੀ ਪਰ ਕਰੋਨਾ ਦਾ ਡਰ ਵੀ ਸਤਾ ਰਿਹਾ ਹੈ ਅੱਜ ਗੱਲ ਕਰਾਂਗੇ ਸਿੱਧੇ ਸਵਾਲ ਦੀ ਸਵਾਲ ਕਿ जेई नीट ਦਾ पेपर पोस्टपोन होना चाहिए है ਜੇਕਰ नहीं कि पोस्टपोन नहीं होना चाहिए पेपर ले लो ਤਾਂ ਕਰੋਨਾ ਤੋਂ ਕਿਵੇਂ ਬਚਾਇਆ ਜਾਵੇਗਾ ਵਿਦਿਆਰਥੀਆਂ ਨੂੰ ਇਹ ਜਿਹੜੇ ਭਵਿੱਖ ਦੇ ਇੰਜੀਨੀਅਰਸ ਨੇ ਭਵਿੱਖ ਦੇ ਡਾਕਟਰਸ ਨੇ ਇਹਨਾਂ ਨੂੰ ਕਿਵੇਂ ਬਚਾਇਆ ਜਾਏਗਾ ਕਰੋਨਾ ਤੋਂ ਜੇਕਰ ਹਾਂ ਕਿ ਪੇਪਰ ਰੱਦ ਹੋ ਜਾਣਾ ਚਾਹੀਦਾ ਹੈ ਤਾਂ ਉਸ ਮਿਹਨਤ ਦਾ ਕੀ ਜੋ ਬੱਚਿਆਂ ਨੇ ਕੀਤੀ ਹੈ ਬੱਚਿਆਂ ਦੀ ਮਿਹਨਤ ਦੇ ਨਾਲ ਉਹਨਾਂ ਦੇ ਸਾਲ ਦਾ ਵੀ ਕੀ ਇਸ ਦੇ ਉੱਤੇ ਵੀ ਅਸੀਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਪਰ ਸਵਾਲ ਤਾਂ ਇਹ ਵੀ ਹੈ ਕਿ ਅਸੀਂ ਹਰ ਇੱਕ ਚੀਜ਼ ਦੀ ਰਣਨੀਤੀ ਬਣਾਈ ਹੈ ਕਰੋਨਾ ਦੇ ਇਸ ਕਾਲ ਦੇ ਵਿੱਚ ਦੁਕਾਨਾਂ ਦਫ਼ਤਰਾਂ ਤੋਂ ਲੈ ਕੇ ਸ਼ਰਾਬ ਦੇ ਠੇਕਿਆਂ ਤੱਕ कि जरूरत नहीं लगती साडे सिस्टम नूं कि बच्चों के भविख बारे भी सोचा जाए कोई रणनीति बनाई जाए खैर रणनीति का तो नहीं पता पर राजनीति जरूर हो रही है इस मुद्दे ते चर्चा करांगे पर शुरुआत एक रिपोर्ट के नाल जेईई नीट ਪ੍ਰੀਖਿਆ ਤੇ ਸਿਆਸਤ ਗਰਮਾਈ ਹੋਈ ਹੈ ਬੁੱਧਵਾਰ ਨੂੰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਗੈਰ ਐਨਡੀਏ ਸੂਬਿਆਂ ਦੀ ਮੀਟਿੰਗ ਹੋਈ ਜਿਸ ਦੀ ਅਗਵਾਈ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ ਮੀਟਿੰਗ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਣੇ ਮਹਾਰਾਸ਼ਟਰ ਅਤੇ ਝਾਰਖੰਡ ਦੇ ਸੀਐਮ ਵੀ ਸ਼ਾਮਲ ਹੋਏ ਜਿਨ੍ਹਾਂ ਕੇਂਦਰ ਤੇ ਦਬਾਅ ਪਾਉਣ ਦੀ ਰਣਨੀਤੀ ਤੇ ਚਰਚਾ ਕੀਤੀ ਉਧਰ जेईई नीट ਦੀ ਪ੍ਰੀਖਿਆ ਤੇ ਦਿੱਲੀ 'ਚ ਯੂਥ ਕਾਂਗਰਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ यूथ वर्करां ने सिक्ख्या मंत्रालय के घेराव की कोशिश की इस दौरान उन्होंने पुलिस के नाल झड़प भी हुई ते पुलिस ने कई वर्करां नूं हिरासत दे विच भी लिया यूथ कांग्रेस दे वल्लों प्रीखियावां रद्द होण तक संघर्ष जारी रखण दा ऐलान किया गया उधर दिल्ली के उप मुख्यमंत्री और सिक्ख्या विभाग संभाल रहे मनीष सिसोदिया भी जेईई नीट की प्रीखिया का विरोध कर रहे हैं उन्होंने मंग की कि जां तां सरकार प्रीखिया रद्द करे जो अल्टरनेट तरीके दे नाल बच्चों की प्रीखिया करवाई जाए आप उसी पर चिपके रहना चाहते हो तो वैसे भी ऑर्थोडॉक्स हो केंद्र सरकार को कोई बैठक बुलानी चाहिए आपको लगता है मुझे लगता है केंद्र सरकार के पास ज्यादा समय नहीं है उसको तुरंत फैसला लेना चाहिए और ये एग्जाम या तो पोस्टपोन करना चाहिए या अल्टरनेट तरीके से एंट्रेंस करा इस तो पहला सोमवार ਨੂੰ ਸੁਪਰੀਮ ਕੋਰਟ ਨੇ जेईई नीट ਦੀ ਪ੍ਰੀਖਿਆ ਦੇਸ਼ ਤੋਂ ਬਾਹਰ ਅਰਬ ਦੇਸ਼ਾਂ 'ਚ ਕਰਵਾਉਣ ਸੰਬੰਧੀ ਕੇਂਦਰ ਨੂੰ ਆਦੇਸ਼ ਜਾਰੀ ਕਰਨ ਤੋਂ ਮਨਾ ਕਰ ਦਿੱਤਾ ਸੀ ਤੇ ਦੇਸ਼ ਦੇ ਵਿੱਚ ਹੀ ਪ੍ਰੀਖਿਆ ਕਰਵਾਉਣ ਦੇ ਲਈ ਕਿਹਾ ਸੀ ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਵੰਦੇ ਭਾਰਤ ਮਿਸ਼ਨ ਤਹਿਤ ਕੇਂਦਰ ਨੂੰ ਵਿਦਿਆਰਥੀਆਂ ਨੂੰ ਫਲਾਈਟਾਂ ਦੇ ਰਾਹੀਂ ਆਉਣ ਸੰਬੰਧੀ ਇਜਾਜ਼ਤ ਦੇਣ ਦੇ ਲਈ ਵੀ ਕਿਹਾ ਸੀ ਤਾਂ ਜੋ ਸਾਰੇ ਵਿਦਿਆਰਥੀ 13 ਸਤੰਬਰ ਨੂੰ ਹੋਣ ਜਾ ਰਹੀ जेईई नीट ਦੀ ਪ੍ਰੀਖਿਆ ਦੇ ਸਕਣ ਪਰ ਦੂਜੇ ਪਾਸੇ ਵਿਰੋਧੀ ਧਿਰਾਂ ਪ੍ਰੀਖਿਆ ਰੱਦ ਕਰਵਾਉਣ ਤੇ ਅੜੀਆਂ ਹੋਈਆਂ ਨੇ ब्यूरो रिपोर्ट न्यूज़ 18 पंजाब ਇਹ ਤਾਂ ਗੱਲ ਸਿਆਸਤ ਦੀ ਹੋਗੀ ਜਿਸ ਤਰੀਕੇ ਦੇ ਨਾਲ ਹੁੰਦੀ ਨਜ਼ਰ ਆ ਰਹੀ ਹੈ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ ਜਾਂ ਕਹੀਏ ਕਿ ਗੈਰ ਬੀਜੇਪੀ ਸ਼ਾਸਿਤ ਸੂਬਿਆਂ ਦੇ ਸੀਐਮ ਇਸ ਦਾ ਵਿਰੋਧ ਕਰ ਰਹੇ ਨੇ ਅਸੀਂ ਇਸ ਦੇ ਉੱਤੇ ਚਰਚਾ ਕਰਾਂਗੇ ਇਸ ਵਿਚਾਲੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਵੀ ਆਪਣੀ ਰਾਏ ਸਾਡੇ ਤੱਕ ਪਹੁੰਚਾ ਸਕਦੇ ਹੋ ਐਸਐਮਐਸ ਦੇ ਜ਼ਰੀਏ ਸਾਡਾ ਅੱਜ ਦਾ ਸਵਾਲ ਹੈ ਸਾਡੇ ਦਰਸ਼ਕਾਂ ਦੇ ਲਈ ਸਵਾਲ ਹੈ ਕਿ जेईई नीट ਦਾ ਪੇਪਰ ਪੋਸਟਪੋਨ ਹੋਣਾ ਚਾਹੀਦਾ ਹੈ ਤੁਸੀਂ ਹਾਂ ਜਾਂ ਨਾ ਦੇ ਵਿੱਚ ਆਪਣਾ ਜਵਾਬ ਦੇ ਸਕਦੇ ਹੋ ਹਾਂ ਦੇ ਲਈ ਤੁਸੀਂ ਟਾਈਪ ਕਰਨਾ ਹੈ ਨਿਊਜ਼ 18 ਸਪੇਸ ਦੇ ਕੇ PHH ਸਪੇਸ ਦੇ ਕੇ Y ਤੇ ਇਸ ਤੋਂ ਬਾਅਦ ਜੇਕਰ ਤੁਹਾਡਾ ਜਵਾਬ ਨਹੀਂ ਦੇ ਵਿੱਚ ਹੈ ਤਾਂ ਤੁਸੀਂ ਟਾਈਪ ਕਰਨਾ ਹੈ ਨਿਊਜ਼ 18 PHH ਸਪੇਸ ਦੇ ਕੇ N ਤੇ ਇਸ ਨੂੰ ਭੇਜ ਦਿਓ 56677 ਤੇ ਮੈਂ ਆਪਣੀ ਟੀਮ ਨੂੰ ਕਹਾਂਗਾ ਕਿ ਇੱਕ ਵਾਰੀ ਅਸੀਂ ਸਵਾਲ ਜ਼ਰੂਰ ਦਿਖਾਈਏ ਆਪਣੀ ਸਕਰੀਨ ਦੇ ਉੱਤੇ ਕਿ ਸਵਾਲ ਅੱਜ ਦਾ ਅਸੀਂ ਕੀ ਪੁੱਛ ਰਹੇ ਹਾਂ ਤਾਂ ਜਿਹੜਾ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਬਹੁਤ ਸਿੱਧਾ ਜਿਹਾ ਸਵਾਲ ਅਸੀਂ ਅੱਜ ਪੁੱਛ ਰਹੇ ਹਾਂ ਕਿ ਨੀਟ ਦਾ जेईई ਦਾ ਐਗਜ਼ਾਮ ਪੋਸਟਪੋਨ ਹੋਣਾ ਚਾਹੀਦਾ ਹੈ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਜੇਕਰ ਕੋਈ जेईई नीट ਦਾ
एग्जाम दे रहा उसने तैयारी की है तो तुसी अपनी राय सर तक जरूर पहुंचाओ। तुसी इस समय की सोच रहे हो कि हाँ पेपर होना चाहिए नहीं होना चाहिए पेपर, दोवां दे विचों, क्योंकि बहुत सारियां चीजां ने, एक पासे कोरोना का पूरा काल भी है ते दूजे पासे यह भी सवाल है कि जेकर एग्जाम नहीं तो 1 साल का की होएगा, कदों एग्जाम होएगा, कोई प्लान है? सितंबर च नहीं होएगा तो कदों, कि अक्तूबर, नवंबर, दिसंबर, क्योंकि कोरोना का तो सरकार कह रही है सानू नहीं पता कि कदों तक कोरोना का पूरा काल रहेगा। इसे करके ਅਸੀਂ ਅੱਜ ਤੁਹਾਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ कि नीट जेई ਦੇ पेपर ਨੂੰ पोस्टपोन कर देना चाहिए है। ਤੁਸੀਂ अपनी जवाब, अपनी राय हाँ या ना ਦੇ ਵਿੱਚ ਭੇਜ ਸਕਦੇ ਹੋ। हाँ ਦੇ ਲਈ ਟਾਈਪ ਕਰ ਰਹੇ ਹਾਂ news18 ਸਪੇਸ ਦੇ ਕੇ PHH ਸਪੇਸ ਦੇ ਕੇ Y, ਜੇਕਰ ਤੁਹਾਡਾ ਜਵਾਬ ਨਹੀਂ ਦੇ ਵਿੱਚ ਹੈ ਤਾਂ news18 ਸਪੇਸ ਦੇ ਕੇ PHH ਸਪੇਸ ਦੇ ਕੇ N, ਇਸ ਨੂੰ ਭੇਜਣਾ ਤੁਸੀਂ 56677 566777 ਦੇ ਉੱਤੇ। ਅਸੀਂ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਕੁਝ ਸਿਆਸਤਦਾਨ ਵੀ ਸਾਡੇ ਨਾਲ ਜੁੜਨਗੇ, ਉਹਨਾਂ ਦਾ ਅਸੀਂ ਰੁਖ ਕਰਾਂਗੇ ਤੇ ਸਾਡੇ ਨਾਲ, ਕਿਉਂਕਿ ਅਸੀਂ ਡਿਬੇਟ ਦੇ ਵਿੱਚ ਇਹ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਪੂਰੇ ਮੁੱਦੇ ਉੱਤੇ, ਕਿਉਂਕਿ ਸਿਆਸਤ ਇੱਕ ਆਪਣੇ ਨਜ਼ਰੀਏ ਦੇ ਨਾਲ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਜੋ ਐਕਸਪਰਟਸ ਨੇ ਇਸ ਪੂਰੇ ਮੁੱਦੇ ਉੱਤੇ, ਉਹ ਇਸ ਪੂਰੇ ਮੁੱਦੇ ਉੱਤੇ ਕੀ ਰਾਏ ਰੱਖਦੇ ਨੇ ਕਿ ਵਾਕਈ ਐਗਜ਼ਾਮ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਤੁਸੀਂ ਆਪਣੀ ਰਾਏ ਸਾਡੇ ਤੱਕ ਪਹੁੰਚਾ ਸਕਦੇ ਹੋ। ਮੈਂ ਸ਼ੁਰੂਆਤ ਕਰਦਾ, ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਣਾ ਸਾਡੇ ਨਾਲ HK ਬਾਲੀ ਜੀ ਜੁੜ ਰਹੇ ਨੇ, ਸੀਨੀਅਰ ਡਾਕਟਰ ਨੇ। ਸਰ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੁੜ ਰਹੇ ਨੇ, ਸਿੱਖਿਆ ਮਾਹਰ ਨੇ, ਐਜੂਕੇਸ਼ਨਲਿਸਟ ਨੇ। ਮਨਜੀਤ ਜੀ, ਪ੍ਰੋਫੈਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। ਡਾਕਟਰ ਸਾਹਿਬ, ਸ਼ੁਰੂਆਤ ਇਸ ਪੂਰੇ ਸੈਗਮੈਂਟ ਦੀ ਤੁਹਾਡੇ ਤੋਂ, ਐਗਜ਼ਾਮ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ? ਬਾਲੀ ਜੀ। देखो, मेरे विचार विच कोरोना इस वेले काफी ज्यादा फैलिया होया है ते सारे सोशल असी डिस्टेंस फॉलो कर रहे हैं जी, और उन्होंने देखते हुए एग्जाम कंडक्ट करना बड़ा एक चैलेंज है, बड़ा डिफिकल्ट प्रोपोजिशन है। बट अगर असी बच्चों का कैरियर देखिए तो उस हिसाब नाल सानू ये पोस्टपोन नहीं करना चाहिए। सानू ये ऑप्शन रखनी चाहिए है कि असी एग्जाम नू स्टैगर करके करिए। अगर असी एग्जाम नू नहीं लगांगे ਤੇ ਅਗਲੇ ਸਾਲ ਜਿਹੜੇ ਬੱਚੇ ਨੇ ਉਹ ਡਬਲ ਹੋ ਜਾਣਗੇ ਔਰ ਉਹਨਾਂ ਦਾ ਕੰਪੀਟੀਸ਼ਨ ਵੱਧ ਜਾਏਗਾ ਤੇ ਦੂਸਰੇ ਪਾਸੇ ਜਿਹੜੇ ਇਸ ਸਾਲ ਦੀ ਸੀਟਾਂ ਉਹ ਖਾਲੀ ਜਾਣਗੀਆਂ ਤੇ ਉਹ ਬੱਚਿਆਂ ਦੇ ਕੈਰੀਅਰ ਤੇ ਬੜਾ ਫਰਕ ਪਏਗਾ। ਬਿਲਕੁਲ, ਮੈਨੂੰ ਲੱਗਦਾ ਹੈ ਕਿ ਇੱਕ ਟਾਈਮ ਤੇ ਸਾਰਿਆਂ ਬੱਚਿਆਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਐਗਜ਼ਾਮ ਲੈਣਾ ਇਸ ਵੇਲੇ ਬੜਾ ਡਿਫਿਕਲਟ ਹੈ। ਇਸ ਵਾਸਤੇ ਸਾਨੂੰ ਨੋਵਲ ਤਰੀਕੇ ਸੋਚਣੇ ਪੈਣੇ ਨੇ ਇਹ ਐਗਜ਼ਾਮ ਨੂੰ ਕੰਡਕਟ ਕਰਨ ਦੇ। ਕੋਈ ਆਪਸ਼ਨ ਤੁਹਾਡੇ ਵੱਲੋਂ ਦੱਸੀ ਜਾਵੇ कि ऑप्शन है कोई कि एग्जाम होवे भी कोरोना काल च होवे? क्योंकि सर तुसी खुद इस चीज़ों के एक्सपर्ट हो, सरकार कह रही है, तुहाडे वर्गे माहर कह रहे हैं कि नहीं पता सानू कोरोना काल कदों तक चलेगा, नहीं पता सानू कि सितंबर, अक्तूबर, नवंबर, दिसंबर, शायद अगला साल भी दिक्कत होवे, तां फिर कोई ना कोई तो ऑप्शंस लभणियां होणगियां। वो दो ऑप्शंस मैं सजेस्ट करांगा। एक ऑप्शन तो है कि ਬੱਚਿਆਂ ਨੂੰ ਆਪਸ਼ਨ ਦੇਣੀ ਚਾਹੀਦੀ ਹੈ ਜਿਹੜੇ ਲੋਕ ਈਅਰ ਡ੍ਰੌਪ ਕਰਕੇ ਨੈਕਸਟ ਈਅਰ ਅਪੇਅਰ ਹੋਣਾ ਚਾਹੁੰਦੇ, ਦੈਟ ਇਜ਼ ਓਕੇ। ਬਟ ਜਿਹੜੇ ਬੱਚੇ ਅਪੇਅਰ ਹੋਣਾ ਚਾਹੁੰਦੇ ਨੀਟ ਵਿੱਚ ਉਹਨਾਂ ਨੂੰ ਅਲੋ ਕਰਨਾ ਚਾਹੀਦਾ। ठीक है सर, मैं तुहाडे कोल वापस आऊंगा, थोड़ी आवाज दी कोई टेक्निकल इशू लग रहा है जी, मैं तुहाडे कोल वापस आऊंगा। सर प्रोफेसर मनजीत सिंह जी भी जुड़े हुए हैं। प्रोफेसर साहब स्वागत है एक बार फिर तो तुहाडा। मैं तुहाडा फर्स्ट रिएक्शन चाहूंगा, एग्जाम होवे या ना होवे, बहुत सीधा सवाल पूछ रहे हैं, ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੇਕਰ ਨਹੀਂ ਵਾਲਾ ਜਵਾਬ ਹੈ ਤਾਂ ਫਿਰ ਉਹਨਾਂ ਬੱਚਿਆਂ ਦਾ ਕੀ ਜਿਹੜੇ ਬਹੁਤ ਸਾਲਾਂ ਤੋਂ ਇੰਤਜ਼ਾਰ ਕਰ ਰਹੇ ਨੇ। ਐਸੇ ਸਟੂਡੈਂਟਸ ਵੀ ਹੋਣਗੇ ਜਿਨ੍ਹਾਂ ਨੇ ਲਾਸਟ ਈਅਰ ਡ੍ਰੌਪ ਕੀਤਾ ਸੀ ਕਿ ਚਲੋ 2020 ਦੇ ਵਿੱਚ ਜਾ ਕੇ ਅਸੀਂ ਪੂਰੀ ਤਿਆਰੀ ਦੇ ਨਾਲ ਐਗਜ਼ਾਮ ਦੇਵਾਂਗੇ ਨੀਟ ਦਾ ਜਾਂ JEE ਦਾ, ਤਾਂ ਉਹਨਾਂ ਦੇ ਲਈ ਕੀ ਆਪਸ਼ਨਸ ਬਚਦੀਆਂ ਨੇ ਕਿ ਵਾਕਈ ਐਗਜ਼ਾਮ ਇਸ ਸਮੇਂ ਅਸੀਂ ਕਰਵਾਉਣ ਦੀਆਂ, ਸਾਡੀਆਂ ਸਰਕਾਰਾਂ ਕਰਵਾਉਣ ਦੀ ਸਥਿਤੀ ਦੇ ਵਿੱਚ ਨਹੀਂ ਹੈ? ਪ੍ਰੋਫੈਸਰ ਸਾਹਿਬ। हाँ गौरव जी, देखो तुसी आप भी अपने सवालों च ही तुहाडे च जवाब भी हैगा आ। ये गल बड़ी साफ है कि कोई भी नहीं, ना माँ बाप चाहुंदे आ, पेरेंट्स भी नहीं चाहुंदे और ना ही जिहड़े स्टूडेंट्स जिन्हां ने सारा साल मेहनत कीती है कि किसी भी तरीके नाल उन्हां दा साल मारिया जाए। ये तो बड़ी साफ गल है, कोई भी नहीं चाहुंदा। नॉर्मली ये सारे टैसट जिवें हर साल हुंदे उंज होने चाहिए सी। एक नवीं मुसीबत पई है जिसनूं ਜਿਹੜੀ ਅਸੀਂ ਸਰਕਾਰ ਨੇ ਹੀ ਪਹਿਲਾਂ ਲੋਕਾਂ ਨੂੰ ਐਉਂ ਡਰਾਇਆ, ਬਹੁਤ ਜ਼ਿਆਦਾ ਡਰਾ ਦਿੱਤਾ ਕਿ ਸਮਝਾਉਣ ਦੀ ਜਗ੍ਹਾ ਕਿ ਜਿਵੇਂ ਕੋਈ ਭੂਤ ਚੰਬੜ ਜਾਣਾ ਹੋਵੇ, ਔਰ ਉਹ ਵਾਕਿਆ ਹੀ ਚੰਬੜਦਾ ਵੀ ਹੈ। ਹੁਣ ਕੱਲ੍ਹ ਤੁਹਾਡੇ ਪੰਜਾਬ ਦੇ ਵਿੱਚ 8 MLA ਨੂੰ ਕਰੋਨਾ ਪੋਜ਼ਿਟਿਵ ਨਿਕਲ ਆਇਆ, ਅਜੇ ਅੱਜ ਦੀ ਡੇਟ ਦੇ ਵਿੱਚ ਹੋਰ ਵੀ ਕਈਆਂ ਨੂੰ ਨਿਕਲਣਾ, ਕਿਉਂਕਿ ਸਾਰਿਆਂ ਨੇ 117 ਦੇ 17 ਨੇ ਆਪਣਾ ਟੈਸਟ ਕਰਾਉਣਾ। ਤੇ ਪਹਿਲੀ ਵਾਰੀ ਤੁਹਾਨੂੰ ਪਤਾ ਲੱਗਣਾ ਕਿ ਰਾਜਨੀਤਿਕ ਲੋਕ ਵੀ ਕਿੰਨਾ ਕੁ ਕਰੋਨਾ ਦਾ ਜਿਹੜਾ ਨਾਲੋਂ ਨਾਲ
ਸੰਕਰਮਣ ਲੈ ਰਹੇ। ਇਹਦਾ ਮਤਲਬ ਮੈਂ ਇਹ ਕਹਿਣਾ ਕਿ ਜੋ ਬੰਦੇ ਇੰਨੀ ਪਾਵਰਫੁਲ ਪੋਜੀਸ਼ਨ ਤੇ ਬੈਠਦੇ ਆ, ਜਿਨ੍ਹਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਆ, ਜੇ ਉਹ ਵੀ ਉਹਦੇ ਤੋਂ ਸੰਕਰਮਣ ਤੋਂ ਬਚ ਨਹੀਂ ਸਕਦੇ ਤੇ ਦਿੱਕਤ ਤੇ ਹੈ, ਦਿੱਕਤ ਥੋੜੀ ਨਹੀਂ ਹੈ। ਹੁਣ ਇਹ 5 ਮਹੀਨੇ ਸੰਕਰਮਣ ਨੂੰ ਹੋ ਗਏ, ਜਦੋਂ ਅਸੀਂ ਬਾਕੀ PPE ਕਿੱਟਾਂ ਤਿਆਰ ਕਰ ਲਈਆਂ, ਮਾਸਕ ਤਿਆਰ ਕਰ ਲਏ, ਆਪਾਂ 5 ਮਹੀਨੇ ਪਹਿਲਾਂ ਤੋਂ ਇਹ ਕਿਉਂ ਨਹੀਂ ਸੋਚਣਾ ਸ਼ੁਰੂ ਕੀਤਾ ਕਿ ਇਸ ਟੈਸਟ ਨੂੰ ਅਸੀਂ ਕਿਵੇਂ ਕਰਨਾ। ਇਹ ਸਾਡੇ ਕੋਲ ਇੰਡੀਆ ਦੇ ਵਿੱਚ ਅਸੀਂ ਟੈਕਨੋਲੋਜੀ IT ਇੰਡਸਟਰੀ ਬਹੁਤ ਮਜ਼ਬੂਤ ਆ, ਅਸੀਂ ਉਹਨੂੰ ਐਕਸਪੋਰਟ ਵੀ ਕਰਦੇ ਹਾਂ ਟੈਕਨੋਲੋਜੀ ਨੂੰ। ਸੌਫਟਵੇਅਰ ਇੰਡਸਟਰੀ ਸਾਡੀ ਬੜੀ ਸਟਰੋਂਗ ਆ। ਕੀ ਅਸੀਂ 5 ਮਹੀਨਿਆਂ 'ਚ ਕੋਈ ਇਹੋ ਜਿਹੇ ਟੈਸਟ ਨਹੀਂ ਸੀ ਕਰ ਸਕਦੇ ਜਿਹੜੇ ਆਨਲਾਈਨ ਹੋਣ ਤਾਂ ਕਿ ਇਹ ਸੱਪ ਵੀ ਮਰ ਜੇ, ਸੋਟਾ ਵੀ ਨਾ ਟੁੱਟੇ। ਹੁਣ ਜਦੋਂ ਕਿਉਂਕਿ ਇਹ ਹੁਣ ਹਾਂ ਜਾਂ ਨਾ ਵਾਲਾ ਸਵਾਲ ਹੋ ਗਿਆ ਤੇ ਪੋਲੀਟੀਕਲ ਹੋ ਗਿਆ, ਪੋਲੀਟੀਕਲ ਕੁਦਰਤੀ ਹੈ। ਉਹ ਕੁਝ ਬੱਚੇ ਇਹ ਸੋਚਦੇ, ਮਾਂ-ਬਾਪ ਸੋਚਦੇ ਹੋਣਗੇ ਕਿ ਵਾਕਿਆ ਹੀ ਅਸੀਂ ਇੱਕ ਸਾਲ ਸਾਨੂੰ ਪਿਆਰਾ, ਕਿੱਡੀ ਦਿੱਕਤ ਵਾਲੀ ਗੱਲ ਆ, ਸਾਨੂੰ ਸਾਲ ਪਿਆਰਾ ਜਾਂ ਬੱਚਾ ਪਿਆਰਾ। ਹੁਣ ਹਾਲਾਂਕਿ ਪਤਾ ਆ ਕਿ ਕਿੰਨੇ ਪਰਸੈਂਟ ਨੂੰ ਹੋਣਾ, ਕਿੰਨਿਆਂ ਕੁ ਨੂੰ ਸੰਕਰਮਣ ਹੁੰਦਾ, ਕਿੰਨਿਆਂ ਕੁ ਨੂੰ ਮੁੜ ਕੇ ਜਿਹੜੀ ਉਹਦੀ ਐਕਚੁਅਲੀ ਕੈਜੂਅਲਟੀ ਆ ਉਹ 2.5% ਆ, ਉਹ ਵੀ ਜਿਨ੍ਹਾਂ ਨੂੰ ਕੋਮੋਰਬਿਡਿਟੀ ਹੈ, ਜਿਨ੍ਹਾਂ ਨੂੰ ਹੋਰ ਕੋਈ ਨਾਲ ਦੁੱਖ ਮਰੀਜ਼ ਪਹਿਲਾਂ ਉਹ ਕੁਝ ਹੋਰ ਬਿਮਾਰੀਆਂ ਨਾਲ ਆ। ਪਰ ਓਵਰਆਲ ਮਾਂ-ਬਾਪ ਨੂੰ ਇੱਕ ਬੱਚੇ ਜਿੰਨੇ ਪਿਆਰੇ ਹੁੰਦੇ ਆ, ਜਾਂ ਬੱਚੇ ਖੁਦ ਵੀ ਉਸ ਭੈ ਦੇ ਵਿੱਚ ਕਿਹੋ ਜਿਹਾ ਟੈਸਟ ਦੇਣਗੇ, ਇਹ ਕੁੱਲ ਮਿਲਾ ਕੇ ਕਾਫੀ ਕੰਪਲੈਕਸ ਮਾਮਲਾ ਜਾਂ ਹਾਂ ਜਾਂ ਨਾ ਵਾਲਾ ਮਾਮਲਾ ਨਹੀਂ। ਗੌਰਵ ਜੀ, ਜਿਵੇਂ ਤੁਸੀਂ ਸਾਡੇ ਕੋਲੋਂ ਸਵਾਲ ਦਾ ਜਵਾਬ ਮੰਗਦੇ, ਅਸੀਂ ਤੇ ਇਹ ਗੱਲ ਕਹਾਂਗੇ ਕਿ ਜੇ ਟੈਸਟ ਸਰਕਾਰ ਨੇ ਜਾਂ ਕਿਸੇ ਨੇ ਵੀ ਲੈਣਾ ਤਾਂ ਉਹ ਇਸ ਗੱਲ ਦੀ ਗਰੰਟੀ ਦਿਵਾਉਣ ਕਿ ਉਹ ਕਿਸ ਢੰਗ ਨਾਲ ਕਰਨਗੇ ਕਿ ਜਿਹਦੇ ਨਾਲ ਉਹ ਬਿਲਕੁਲ ਉਹਨਾਂ ਦੇ ਬੱਚੇ ਸੇਫ ਹੋਣਗੇ। ਇਹ ਜ਼ਿੰਮੇਵਾਰੀ ਸਰ ਸਾਹਿਬ ਤੁਹਾਨੂੰ ਵੀ ਪਤਾ ਗਰੰਟੀ ਵਾਲਾ ਸ਼ਬਦ ਤਾਂ ਸ਼ਾਇਦ ਬਹੁਤ ਔਖਾ ਹੈ, ਕਿਉਂਕਿ ਕੇਸਿਸ ਇਸ ਤਰੀਕੇ ਦੇ ਨਾਲ ਵਧ ਰਹੇ ਨੇ, 60,000 65,000 70,000 55,000 ਇਸ ਰੇਸ਼ੋ ਦੇ ਨਾਲ ਪੂਰੇ ਦੇਸ਼ ਚੋਂ ਕੇਸਿਸ ਆ ਰਹੇ ਨੇ। ਤਾਂ ਵੱਡਾ ਸਵਾਲ ਤਾਂ ਹੈ ਕਿ ਆਖਿਰ ਕਿਸ ਤਰੀਕੇ ਨਾਲ ਸਰਕਾਰਾਂ ਵੀ ਗਾਰੰਟੀ ਦੇ ਦੇਣਗੀਆਂ। ਸਾਡੇ ਨਾਲ ਬੀਜੇਪੀ ਦੇ ਸਪੋਕਸਪਰਸਨ ਜੁੜ ਚੁੱਕੇ ਨੇ ਇਸ ਸਮੇਂ, ਬੀਜੇਪੀ ਪੰਜਾਬ ਦੇ ਵਾਈਸ ਪ੍ਰੈਜ਼ੀਡੈਂਟ ਸਾਡੇ ਨਾਲ ਨੇ ਅਨਿਲ ਸਰੀਨ ਜੀ। ਸਰੀਨ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਸਿੱਧਾ ਸਵਾਲ ਕਿ ਜਦੋਂ ਐਕਸਪਰਟਸ ਸਾਡੇ ਨਾਲ ਜੁੜੇ ਹੋਏ ਨੇ, ਡਾਕਟਰ ਸਾਹਿਬ ਸਾਡੇ ਨਾਲ ਨੇ, ਪ੍ਰੋਫੈਸਰ ਸਾਹਿਬ ਸਾਡੇ ਨਾਲ ਨੇ, ਇਹ ਕਹਿ ਰਹੇ ਨੇ ਕਿ ਨਹੀਂ ਹੋਣਾ ਚਾਹੀਦਾ ਐਗਜ਼ਾਮ ਇਸ ਪੂਰੇ ਸਿਨਾਰੀਓ ਦੇ ਵਿੱਚ, ਤਾਂ ਫਿਰ ਸਰਕਾਰ ਕੇਂਦਰ ਦੀ ਕਿਉਂ ਅੜੀ ਹੋਈ ਹੈ? ਵਿਰੋਧੀ ਤੁਹਾਡੇ ਸਾਰੇ ਕਹਿ ਰਹੇ ਨੇ ਕਿ ਨਾ ਲਓ ਐਗਜ਼ਾਮ, ਬਹੁਤ ਸਾਰੇ ਸੂਬੇ ਕਹਿ ਰਹੇ ਨੇ, ਪੱਛਮ ਬੰਗਾਲ ਕਹਿ ਰਿਹਾ, ਪੰਜਾਬ ਕਹਿ ਰਿਹਾ ਹੈ, ਇਸੇ ਤਰ੍ਹਾਂ ਹੋਰ ਜਿਹੜੇ ਗੈਰ NDA ਸੂਬੇ ਹੈਗੇ ਨੇ ਉਹ ਕਹਿ ਰਹੇ ਨੇ ਕਿ ਐਗਜ਼ਾਮ ਨਾ ਲਵੋ। ਤਾਂ ਸੈਂਟਰ ਦੀ ਸਰਕਾਰ ਕਿਉਂ ਅੜੀ ਹੋਈ ਹੈ? ਕੀ ਪਲੈਨਿੰਗ ਹੈ ਸਰ ਤੁਹਾਡੇ ਕੋਲ ਕਿ ਬੱਚਿਆਂ ਨੂੰ ਕੋਈ ਦਿੱਕਤ ਨਹੀਂ ਹੋਏਗੀ, ਬੱਚਿਆਂ ਦੀ ਵਜ੍ਹਾ ਨਾਲ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਕਿਸੇ ਨੂੰ ਕੋਰੋਨਾ ਦੀ ਦਿੱਕਤ ਨਹੀਂ ਹੋਏਗੀ? ਕੀ ਪਲੈਨਿੰਗ ਹੈ ਕੇਂਦਰ ਦੀ ਸਰਕਾਰ ਦੇ ਕੋਲ, ਬੀਜੇਪੀ ਦੇ ਕੋਲ, ਜੋ ਤੁਸੀਂ ਕੰਡਕਟ ਕਰਵਾਉਣਾ ਚਾਹੁੰਦੇ ਹੋ ਐਗਜ਼ਾਮ? ਗੌਰਵ ਜੀ, ਪਹਿਲਾਂ ਤੇ ਮੈਂ ਦੱਸ ਦਿਆਂ ਕਿ ਇਹ ਬਹੁਤ ਹੀ ਇੱਕ ਭਾਵਨਾਤਮਕ ਇਸ਼ੂ ਬਣਾਇਆ ਜਾ ਰਿਹਾ ਹੈ ਔਰ ਉਸ ਨੂੰ ਇੱਕ ਪੋਲੀਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੱਚਿਆਂ ਦੇ ਭਵਿੱਖ ਨੂੰ। ਇਹ ਐਗਜ਼ਾਮ ਪਹਿਲਾਂ ਇੱਕ ਗੱਲ ਤੇ ਸਮਝ ਲਈਏ ਕਿ ਨਾਰਮਲੀ ਇਹ ਜੂਨ 'ਚ ਜੁਲਾਈ 'ਚ ਜਾ ਕੇ ਹੁੰਦਾ ਸੀਗਾ, ਜਿਸ ਨੂੰ ਅੱਗੇ ਆਲਰੇਡੀ ਪੋਸਟਪੋਨ ਕੀਤਾ ਜਾ ਚੁੱਕਾ ਹੈ। ਔਰ ਇਹ ਸਾਰਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਐਟ ਲੈਂਥ ਡਿਸਕਸ਼ਨ ਦੇ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਪੇਪਰ ਹੋਣੇ ਚਾਹੀਦੇ ਨੇ। ਔਰ ਸੁਪਰੀਮ ਕੋਰਟ 'ਚ ਬੜੀ ਐਟ ਲੈਂਥ ਜਿਹੜੀ ਹੈ ਤੇ ਡਿਸਕਸ਼ਨਸ ਹੋਈਆਂ, ਸਾਰੇ ਪੱਖਾਂ ਨੇ ਆਪਣਾ ਪੱਖ ਰੱਖਿਆ ਔਰ ਉਹਦੇ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਪੇਪਰ ਹੋਣਾ ਚਾਹੀਦਾ ਹੈ। ਬੱਚਿਆਂ ਦੇ ਭਵਿੱਖ ਦਾ ਸਵਾਲ ਹੈ, ਉਹਨਾਂ ਦੇ ਸਾਲ ਦਾ ਸਵਾਲ ਹੈ। ਹੁਣ ਮੇਰਾ ਜਿਹੜਾ ਕਹਿਣਾ ਇਹ ਹੈ ਕਿ ਹੁਣ ਆਲਰੇਡੀ ਸਪਟੈਂਬਰ ਦੇ ਵਿੱਚ ਜਾ ਕੇ ਪੇਪਰ ਹੋਣ ਵਾਲਾ ਹੈ। ਇਹਦਾ ਰਿਜ਼ਲਟ ਆ ਕੇ ਸੈਸ਼ਨ ਸ਼ੁਰੂ ਜਾ ਕੇ ਦਸੰਬਰ 'ਚ ਹੋਏਗਾ। ਜੇ ਆਪਾਂ ਇਹ ਲਈਏ ਕਿ ਐਗਜ਼ਾਮ ਦੇ 1 ਸਾਲ ਦਾ ਪਹਿਲੇ ਹੀ ਜਿਹੜਾ ਇੱਕ ਸਮੈਸਟਰ ਜੇ ਕਹਿ ਲਈਏ ਤਾਂ ਇੱਕ ਤਰ੍ਹਾਂ ਦਾ ਆਲਰੇਡੀ ਇੱਕ ਸਮੈਸਟਰ ਦਾ ਪਾਰਟ ਤੇ ਜਾ ਚੁੱਕਾ, ਉਹ ਸਾਰੇ ਸਾਲ ਦੀ ਪੜ੍ਹਾਈ ਬੱਚਿਆਂ ਨੂੰ ਜੇ ਦਸੰਬਰ 'ਚ ਵੀ ਜਾ ਕੇ ਸ਼ੁਰੂ ਹੁੰਦਾ ਹੈ ਤੇ ਜੂਨ 'ਚ ਅਗਲਾ ਸੈਸ਼ਨ ਸ਼ੁਰੂ ਹੋ ਜਾਂਦਾ, ਉਸ ਤੋਂ ਵਿੱਚ ਉਹਨਾਂ ਨੂੰ ਉਹ ਪੜ੍ਹਾਈ ਵੀ ਕਰਨੀ ਪਏਗੀ, ਉਹਦਾ ਇਮਤਿਹਾਨ ਵੀ ਦੇਣੇ ਪੈਣਗੇ। ਇਹ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਕਿ ਨਾ ਬੱਚਿਆਂ ਕੋਲ ਨਾ ਪ੍ਰੋਫੈਸਰਾਂ ਕੋਲ ਕਿ ਵੀ ਆ 4 ਮਹੀਨੇ ਦੇ ਵਿੱਚ ਇੱਕ ਸਾਲ ਦਾ ਸਾਰਾ ਜਿਹੜਾ ਹੈਗਾ ਸਿਲੇਬਸ ਉਹ ਕਰਾ ਲੈਣ, ਉਹ ਕਰ ਲੈਣ। ਜੇ ਇਸ ਨੂੰ ਹੋਰ ਡਿਲੇ ਕਰਦੇ ਜੋ ਡਿਮਾਂਡ ਆ ਰਹੀ ਹੈ, ਜੇ ਆਪਾਂ ਇਸ ਨੂੰ ਹੋਰ ਡਿਲੇ ਕਰਦੇ ਆ ਤੇ ਤੁਸੀਂ ਨਹੀਂ ਸਮਝਦੇ ਕਿ ਬੱਚਿਆਂ ਦਾ 1 ਸਾਲ ਖਰਾਬ ਹੋ ਜਾਏਗਾ? ਸਾਡੇ ਕੋਲ 1 ਸਾਲ ਡਾਕਟਰਸ ਪਿੱਛੇ ਪੈ ਜਾਣਗੇ, ਇੰਜੀਨੀਅਰਸ 1 ਸਾਲ ਪਿੱਛੇ ਪੈ ਜਾਣਗੇ। ਠੀਕ ਹੈ ਸਰਿੰਦਰ ਜੀ, ਤੁਹਾਡਾ ਜਿਹੜਾ ਲੌਜੀਕ ਹੈ ਨਾ, ਠੀਕ ਹੈ ਸਰ, ਤੁਹਾਡਾ ਜਿਹੜਾ ਲੌਜੀਕ ਹੈ ਸਰ, ਮੈਂ ਤੁਹਾਨੂੰ ਵਿੱਚ ਇੰਟਰਪਟ ਕਿਉਂ ਕਰ ਰਿਹਾ? ਦੇਖੋ, ਇਸ ਡਿਬੇਟ ਤੋਂ ਪਹਿਲਾਂ ਮੈਂ ਵੀ ਹੋਮਵਰਕ ਕੀਤਾ, ਮੈਂ ਵੀ ਇਹ ਜਾਣਨ ਦੀ ਕੋਸ਼ਿਸ਼ ਕੀਤੀ, ਬਹੁਤ ਸਾਰੇ ਸਟੂਡੈਂਟਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿ ਵਾਕਈ ਹੀ ਉਹਨਾਂ ਨੂੰ ਲੱਗਦਾ ਕਿ ਨੀਟ ਦਾ ਐਗਜ਼ਾਮ ਹੋਣਾ ਚਾਹੀਦਾ ਹੈ। ਤੇ ਬਹੁਤ ਸਾਰੇ ਬੱਚਿਆਂ ਦੇ ਵਿੱਚ, ਕਿਉਂਕਿ ਉਹ ਹੈ ਤਾਂ ਬੱਚੇ ਹੀ ਨਾ, ਉਹ ਤੁਸੀਂ ਐਵੇਂ ਨਾ ਗੱਲ ਕਰੋਗੇ ਉਹ 40 ਸਾਲ ਦਾ ਕੋਈ ਜੋ ਬਹੁਤ ਮੈਚੁਰਲੀ ਚੀਜ਼ਾਂ ਨੂੰ ਹੈਂਡਲ ਕਰ ਰਿਹਾ ਹੈ, ਉਹਨਾਂ ਦੇ ਨਾਲ ਜਦੋਂ ਗੱਲ ਕੀਤੀ ਉਹ ਕਹਿ ਰਹੇ ਨੇ ਕਿ ਸਾਨੂੰ ਡਰ ਤਾਂ ਲੱਗ ਰਿਹਾ ਹੈ ਕਿ ਅਸੀਂ ਕਿਵੇਂ ਸੈਂਟਰ 'ਚ ਚਲੇ ਜਾਈਏ, ਕਿ ਕਿਵੇਂ ਉੱਥੇ ਜਾ ਕੇ ਸਾਨੂੰ ਕਰੋਨਾ ਨਹੀਂ ਹੋ ਜਾਏਗਾ। ਬਹੁਤ ਸਾਰੇ ਬੱਚੇ ਇਹ ਵੀ ਕਹਿੰਦੇ ਉੱਥੇ ਨਜ਼ਰ ਆਏ ਨੇ, ਇਨਫੈਕਟ ਮੈਂ ਸੋਸ਼ਲ ਮੀਡੀਆ ਤੇ ਵੀ ਦੇਖ ਰਹੇ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਗਰੰਟੀ ਕੀ ਇਸ ਚੀਜ਼ ਦੀ
ਕਿ ਸਾਨੂੰ ਨਹੀਂ ਹੋਏਗੀ ਕੋਈ ਦਿੱਕਤ ਜਾਂ ਸਰਕਾਰ ਦੇ ਕੋਲ ਪਲਾਨ ਕੀ ਹੈ, ਉਹਨਾਂ ਨੂੰ ਚੀਜ਼ਾਂ ਸਮਝ ਆ ਰਹੀਆਂ। ਬੇਸ਼ੱਕ ਮੈਂ ਇੱਕ ਸਟੂਡੈਂਟ ਦੇ ਨਾਲ ਗੱਲ ਕਰ ਰਿਹਾ ਸੀ, ਉਹ ਤਾਂ ਕਹਿ ਰਹੇ ਸੀ ਕਿ ਇਹ ਬੜਾ ਅਨਫੇਅਰ ਹੋ ਜਾਏਗਾ ਕਿ ਜੇ ਤੁਸੀਂ ਅਗਲੇ ਸਾਲ ਜਾ ਕੇ 2 ਬੈਚਸ ਦਾ ਇਕੱਠਾ ਐਗਜ਼ਾਮ ਲੈ ਲੈਂਦੇ ਹੋ, ਇਸ ਵਾਰ ਵਾਲਿਆਂ ਦੇ ਵੀ ਤੇ ਅਗਲੀ ਵਾਰ ਵਾਲਿਆਂ ਦੇ ਵੀ, ਤਾਂ ਉਹ ਕਹਿ ਰਹੇ ਨੇ ਕਿ ਉਹ ਵੀ ਬਹੁਤ ਅਨਫੇਅਰ ਹੈ। ਪਰ ਸੋਲੂਸ਼ਨ ਪੁੱਛ ਰਹੇ ਨੇ ਕਿ ਸਾਨੂੰ ਕੀ ਗਾਰੰਟੀ ਦਿੱਤੀ ਜਾਏਗੀ ਕਿ ਕੋਈ ਦਿੱਕਤ ਨਾ ਹੋਏ। ਮਤਲਬ ਤੁਸੀਂ ਕਹਿ ਸਕਦੇ ਹੋ ਕਿ ਇੱਕ ਸਹਿਮ ਦਾ ਮਾਹੌਲ ਹੈ ਉਹਨਾਂ ਦੇ ਵਿੱਚ।